ਸਲਾਮ ਜੀ ਨਾਲ ਕੀ ਹਾਲ ਹੈ ਤਮਾਮ ਦੋਸਤੋ ਮੈਂ ਤੁਹਾਡਾ ਸੱਜਣ ਤੇ ਮਿੱਤਰ ਬਾਸਾਦਿਕ। ਅੱਜ ਅਸੀਂ ਮੌਜੂਦ ਹਾਂ ਲੈਜੈਂਡ ਬਾਪ ਦੇ ਲੈਜੈਂਡ ਬੇਟੇ ਕੋ ਉਸਤਾਦ ਚੌਧਰੀ ਆਸਮ ਮਿਲ ਵਾਲੀ ਪਾਰਟੀ। ਮਾਸ਼ਾਅੱਲਾ ਸਾਡੇ ਬੜੇ ਪਿਆਰੇ ਉਸਤਾਦ ਨੇ ਔਰ ਇਲਮ ਵੱਲੋਂ ਨੌਲੇਜ ਵੱਲੋਂ ਕਿਤੇ ਵੀ ਪਿੱਛੇ ਨਹੀਂ ਹੈਗੇ। ਨੈਟ ਦੀ ਦੁਨੀਆ ਤੇ ਬੜਾ ਨੌਲੇਜ ਫੈਲਾਇਆ। ਸੀਓਰੀਜ਼ ਕਬੂਤਰਬਾਜ਼ੀ ਕੀਤੀ ਨਾ ਸਿਰਫ ਲਾਹੌਰ 'ਚ ਪੰਜਾਬ 'ਚ ਬਲਕਿ ਹਿੰਦ ਸਿੰਧ 'ਚ ਕਬੂਤਰ ਉਡਾ ਕੇ ਵਹਾਏ ਔਰ ਆਪਣਾ ਮਨਵਾਇਆ, ਆਪਣਾ ਲੋਹਾ ਮਨਵਾਇਆ। ਹੁਣ ਵੀ ਇਹ ਸੀਜ਼ਨ ਕੋਈ ਸੀਜ਼ਨ ਐਸਾ ਨਹੀਂ, ਮੈਨੂੰ ਵੀ ਕੋਈ 4-5 ਸਾਲ ਹੋ ਗਏ ਨੇ ਆਂਦੇ ਹੋਏ, ਤੇ ਮੈਂ ਕੋਈ ਵੀ ਸੀਜ਼ਨ ਐਸਾ ਨਹੀਂ ਦੇਖਿਆ ਜਿੰਦੇ ਵਿੱਚ ਚੌਧਰੀ ਆਸਮ ਸਾਹਿਬ ਨੇ ਕਬੂਤਰ ਨਾ ਡਾਏ ਹੋਣ। ਇਸ ਸੀਜ਼ਨ ਵੀ 95% 90% ਰਿਜ਼ਲਟ, ਪਿਛਲਾ ਸਾਲ ਵੀ ਇੰਜ, ਔਰ ਮੌਸਮ ਵੀ ਕੋਈ ਨਹੀਂ ਛੱਡਦੇ। ਜੇਠ ਦੀ ਗੱਲ ਕੀਤੀ ਜਾਏ ਤੇ ਉਹਦੇ 'ਚ ਵੀ ਵੱਡੀਆਂ ਫਤੂਹਾਤ, ਅੱਸੂ ਵਸਾਖ ਦੀ ਗੱਲ ਕੀਤੀ ਜਾਏ ਤੇ ਉਹਦੇ 'ਚ ਵੀ ਵੱਡੀਆਂ ਹੀ ਫਤੂਹਾਤ, ਔਰ ਜ਼ਿੰਦਗੀ ਭਰ ਕਬੂਤਰਬਾਜ਼ੀ ਨੂੰ ਦਿੱਤੀ ਹੈ। ਬਚਪਨ ਤੋਂ ਲੱਗ ਕੇ ਲੜਕਪਨ ਜਵਾਨੀ ਕਬੂਤਰਬਾਜ਼ੀ 'ਚ ਗੁਜ਼ਾਰਤੀ। ਬਹਿਰੀਨ ਚੈਂਪੀਅਨ ਕਈ ਦफ़ਾ और दूसरे ममालिक चैंपीयन कई दफ़ा, पंजाब चैंपीयन कई दफ़ा। और अगर इन्हों का मैं तुम्हें कमरा वहावां तो सारिया अचीवमेंट्स के अवॉर्ड ना ही भरिया होया, अवॉर्ड्स ने फ्लैक्सा ने, ते हुण परमानेंट लाहौर दे विच ही बैठे हुए ने। शौक कंटिन्यू किया है दोस्तों भरावां शागिर्दां नूं, फोन ते ही गाइड करते हैं और फोन ते ही उड़ाई जा रहे हैं कबूतर, और कबूतर भी लाजवाब उड़ाई जा रहे हैं। ਤੇ ਮਾਸ਼ਾਅੱਲਾ ਅੱਜ ਵੀ ਨੌਲੇਜੇਬਲ ਗੱਲਾਂ ਕਰਾਂਗੇ ਇਨਸ਼ਾਅੱਲਾ, ਦੋਸਤਾਂ ਨੂੰ ਫਾਇਦਾ ਹੀ ਹੋਏਗਾ। ਔਰ ਜੋ ਸੂਰਤ ਹਾਲ ਚੱਲਦੀ ਪਈ ਪੰਜਾਬ ਦੇ ਵਿੱਚ ਉਸ ਹਵਾਲੇ ਨਾਲ ਵੀ ਗੱਲਬਾਤ ਕਰਾਂਗੇ। ਚਲਿਏ ਉਸਤਾਦ ਹੋਰਾਂ से गुफ्तगू का आगाज करिए। अस्सलाम वालेकुम उस्ताद जी। वालेकुम अस्सलाम। ਕੀ ਹਾਲ ਚਾਲ ਹੈ? अल्लाह का शुक्र है। ਠੀਕ ਠਾਕ ਹੋ? ਕਿਹੜੀ ਗਿੱਦੜ ਸਿੰਘੀ ਤੁਸੀਂ ਐਤਕੀ ਵੀ ਮਾਸ਼ਾਅੱਲਾ, ਇੱਕ ਸਾਲ ਹੁੰਦਾ ਬੰਦਾ ਹੌਲਾ ਪੈ ਜਾਂਦਾ, ਇੱਕ ਸਾਲ ਹੁੰਦਾ ਭਾਰਾ ਪੈ ਜਾਂਦਾ, ਸਟਿਲ ਕੰਟੀਨਿਊ ਤੁਸੀਂ ਮਤਵਾਤਰ ਬਹੁਤ ਅੱਛਾ ਉੱਠਦੇ ਆ ਰਹੇ, ਕੀ ਚੱਕਰ ਹੈ? सब तो पहला ते अल्लाह पाक दा करम, वालदैन दियां दुआवां ते अच्छे मुखलस जेह्ड़े दोस्त मिले ने, शागिर्द मुखलस मिले ने। सारियां तो पहला तो इंटरव्यू शुरू होने च मैं ना अपनी पूरी पार्टी नूं बहुत मुबारक दिन्ना वा, जिन्हां ने मेहनत की और बड़ा अच्छा रिजल्ट रहा है। सब तो सैरेफरिस्ट वाजिद अंसारी KTS कलंदर तो पंजाब दा पहला वनडे 15 कबूतरां दा ਉਹ 'ਚ ਚੈਂਪੀਅਨ ਅਸੀਂ ਹੋਏ ਮਾਸ਼ਾਅੱਲਾ। ਫਿਰ ਆਪਣਾ 3 ਰੋਜ਼ਾ 'ਚ ਵੀ ਸਾਡੀ ਸੈਕਿੰਡ ਪੋਜੀਸ਼ਨ ਆਈ ਜੀ ਪੰਜਾਬ 'ਚ। 5 ਰੋਜ਼ਾ ਦੇ ਵਿੱਚ ਵੀ ਅਸੀਂ ਪੋਜੀਸ਼ਨ 'ਚ ਸਾਂ ਟੌਪ 5 'ਚ, ਤੇ 7 ਰੋਜ਼ਾ 'ਚ ਵੀ 2 ਛੱਤਾਂ। ਅੱਜ ਸਜਾਦ ਅਲੀ ਵੀ 5ਵੇਂ ਨੰਬਰ, ਕਾਮਰਾਨ ਭਾਈ ਦੀ। ਫਿਰ ਪੰਜਾਬ ਦੀ ਪਹਿਲੀ ਪ੍ਰਵਾਜ਼ ਉਡਾਨ ਐਂਡ ਪਹਿਚਾਨ ਕੱਪ 'ਚ ਵੀ ਸਾਡਾ ਸੁਪਰ ਪ੍ਰਵਾਜ਼ ਪਹਿਲੇ ਦਿਨ ਵੀ 125 ਘੰਟਾ ਕੁਛ ਹਾਏ ਹਾਏ ਹਾਏ। ਪੰਜਾਬ 'ਚ ਬਹਾਦਰ ਕਬੂਤਰ ਆਖਰੀ 7ਵੇਂ ਦਿਨ ਵੀ ਸਾਡਾ 8 ਪੰਜੀਆਂ ਤੇ ਇਹ ਮੁੰਡਿਆਂ ਦੀ ਮਿਹਨਤ ਤੇ ਅੱਲਾਹ ਪਾਕ ਦਾ ਜਿਹੜਾ ਨਾ ਕਰਮ। ਇਸ ਤੋਂ ਇਲਾਵਾ ਇੰਡੀਆ ਦੇ ਵਿੱਚ ਵੜੈਚ ਸਿੰਘ 5 ਰੋਜ਼ਾ ਚੈਂਪੀਅਨ ਹੋਏ ਨੇ, ਬਹੁਤ ਅੱਛੇ ਕਬੂਤਰ ਉੱਡੇ ਨੇ। ਬਹਿਰੀਨ ਵਿੱਚ ਮੁਹੰਮਦ ਵਸੀਮ ਉਸਤਾਦ, ਉਹ ਵੀ ਚੈਂਪੀਅਨ ਹੋਏ ਨੇ, ਬਹਿਰੀਨ ਚੈਂਪੀਅਨ 4 ਰੋਜ਼ਾ ਜੇਠ। ਜੰਗੀਰ ਗੁੱਜਰ ਕੋਟ ਮੋਮਨ 'ਚ ਬਾਜ਼ੀਆਂ ਸੀ, ਇੱਕ ਘਰ ਕੋ ਹਰੇ ਨੇ। ਵਿੱਕੀ ਗੁੱਜਰ ਮੰਡੀ ਬਾਵੋਦੀਨ 60 ਚੋਂ 50 ਘਰ ਜਿੱਤੇ। ਵਾਹ। ਇਸ ਤਰ੍ਹਾਂ ਹੋਰ ਸ਼ਾਹਦ ਢਿੱਲੋਂ ਗੁਜਰਾਤ, ਇੱਕ ਘਰ ਕੋ ਹਰੇ। ਯਾਨੀ ਹੋਰ ਕਾਫੀ ਨੇ, ਮਾਨਸੇਰੇ ਸਵਾਬੀ ਵਾਲਾ ਲੜਕਾ ਜਿਹੜੇ ਨੇ ਨੁਮਾਨ ਖਾਨ, ਬੱਚਿਆਂ ਦਾ ਕੱਪ ਜਿਹੜਾ ਹੋਇਆ ਉਹ 'ਚ ਚੈਂਪੀਅਨ ਹੋਏ, ਪਹਿਲਾ ਹੀ ਕੱਪ ਉਡਾਇਆ। ਤੇ ਇਸੇ ਤਰ੍ਹਾਂ ਹੋਰ ਕਾਫੀ ਦੋਸਤ ਨੇ। ਰਾਸ਼ਦ ਜਪਾਨੀ 15 ਵਾਲੇ ਕਬੂਤਰਾਂ ਦੇ ਕੱਪ 'ਚ 3 ਕੱਪਾਂ 'ਚ ਇਸਲਾਮਾਬਾਦ ਚੈਂਪੀਅਨ ਹੋਏ। ਔਰ ਕਾਫੀ ਐਸੀਆਂ ਜਿਨ੍ਹਾਂ ਦਾ ਮੈਂ ਨਾਮ ਨਹੀਂ ਲੈ ਸਕਦਾ, ਬਹੁਤ ਜ਼ਿਆਦਾ ਨੇ ਜਿਨ੍ਹਾਂ ਨੇ ਕਬੂਤਰ ਸ਼ਾਮ ਤੱਕ ਉੱਡੇ ਨੇ। ਉਹ ਮੁੰਡਿਆਂ ਨੇ ਮਿਹਨਤ ਬੜੀ ਕੀਤੀ ਸੀ ਔਰ ਮੇਰੀ ਗਾਈਡੈਂਸ ਸੀ। ਮੈਂ ਉਹਨਾਂ ਨੂੰ ਦਿਨ ਰਾਤ ਟਾਈਮ ਦਿੱਤਾ। ਜਿਸ ਟਾਈਮ ਉਹਨਾਂ 24 ਘੰਟੇ ਫੋਨ ਮਾਰਿਆ, ਮੈਂ ਉਹਨਾਂ ਦਾ ਫੋਨ ਅਟੈਂਡ ਕੀਤਾ ਔਰ ਉਹਨਾਂ ਨੂੰ ਉਹਦਾ ਹੱਲ ਕੀਤਾ। ਬਲਕਿ ਇਹ ਹੁਣ ਇੱਕ ਸ਼ਾਗਿਰਦ ਅਵੈਸ ਦੁਬਈ ਤੋਂ ਆਇਆ ਸੀ ਸ਼ੌਕ ਵਾਸਤੇ, ਇਹ ਹੁਣ ਜੇਠ 'ਚ, ਤੇ ਕੁਝ ਪ੍ਰੋਡਕਟ ਲੈ ਕੇ ਆਇਆ ਸੀ। ਮੈਂ ਹੀ ਉਹਨੂੰ ਕਿਹਾ ਸੀ ਕਿ ਲੈ ਆਈ। ਉਹ ਕਿਤੇ ਮੇਰੇ ਪੁੱਛਣ ਤੋਂ ਬਗੈਰ ਉਹਦੇ ਭਾਈ ਨੇ ਇਸਤੇਮਾਲ ਕਰ ਲਈਆਂ ਤੇ ਓਵਰਡੋਜ਼ ਹੋ ਗਿਆ ਕਬੂਤਰ ਨਾ। ਬਾਜ਼ੀ ਤੋਂ ਇੱਕ ਦਿਨ ਪਹਿਲਾਂ ਟੂਰਨਾਮੈਂਟ ਤੋਂ ਉਹ
ਕਬੂਤਰ ਰਾਤ 11 ਵਜੇ ਉਹਨੇ ਮੈਨੂੰ ਫੋਨ ਮਾਰਿਆ, ਕਬੂਤਰ ਜਿਹੜੇ ਨਾ ਉਹ ਵੋਮਿਟਿੰਗ ਕਰ ਰਿਹਾ, ਉਲਟੀਆਂ ਕਰ ਰਿਹਾ। ਕਬੂਤਰ ਵੇਖੇ, ਮੈਂ ਕਿਹਾ ਤੁਸੀਂ ਉਹ ਚੀਜ਼ ਇਸਤੇਮਾਲ ਕੀਤੀ ਏ, ਤੇ ਉਹ ਮੰਨ ਗਿਆ। ਉਹਨਾਂ ਨੇ ਕਿਹਾ ਹਾਂ ਕੀਤੀ, ਮੈਂ ਓਵਰਡੋਜ਼ ਕਰਤੀ। ਖੈਰ ਮੈਂ ਉਹਨਾਂ ਨੂੰ ਉਹਦਾ ਹੱਲ ਦੱਸਿਆ ਫੌਰਨ। ਅਗਲੀ ਫਿਰ ਤੋਂ ਡਾਈ 2 ਫਿਰ ਤਾਂ ਥੋੜ੍ਹੀਆਂ ਜਿਹੀਆਂ ਲੂਜ਼ ਲੱਗੀਆਂ, ਲੇਕਿਨ ਉਹ ਫਿਰ ਚੜ੍ਹਦੇ ਵਿੱਚ ਸੈਂਚਰੀਆਂ ਵੀ 2 ਮਾਰ ਗਿਆ। ਆਖਰੀ ਦਿਨ ਜਿਹੜੇ ਆਖਰੀ ਫਿਰ ਸੀ 7ਵੀਂ ਜੇਠ ਦੀ, 9 ਕਬੂਤਰਾਂ ਨਾਲ 93 ਘੰਟੇ ਯਾਨੀ ਪੌਣੇ 8 ਵਜੇ ਆਖਰੀ ਕਬੂਤਰ ਬੈਠਾ ਉਧਰ ਦਾ। ਇਸ ਤੋਂ ਪਹਿਲਾਂ ਇੰਨਾ ਕਬੂਤਰ ਲੰਮਾ ਨਹੀਂ, ਮੇਰਾ ਖਿਆਲ 57 ਤੇ ਬੈਠਾ ਹੈ। ਹਾਂ, ਇਸ ਤੋਂ ਲੰਮਾ। ਤੇ 2 ਕਬੂਤਰ ਨਾਲ ਲੱਗੇ ਸਨ ਜਿਹੜੇ ਨਹੀਂ ਨੇਰੇ ਲੱਗੇ ਹੀ ਨਹੀਂ ਸੀ, ਬਹਿ ਹੀ ਨਹੀਂ ਸਕਦੇ। ਤੇ ਗੱਲ ਕਰਨ ਦਾ ਮਕਸਦ ਹੈ ਕਿ ਖਰਾਬ ਕਬੂਤਰ ਵੀ ਠੀਕ ਕਰਵਾ ਕੇ ਤੇ ਉਡਾ ਛੱਡੇ, ਤੇ ਉਹਨਾਂ ਦੀ ਪੋਜੀਸ਼ਨ ਲੱਗ ਗਈ ਟੂਰਨਾਮੈਂਟ। ਕੀ ਬਾਤ ਆ, ਅੱਲਾਹ ਪਾਕ ਦਾ ਤੁਹਾਡੇ ਤੇ ਖਾਸ ਹੀ ਕਰਮ ਰਹਿੰਦਾ ਹਰ ਦਫਾ ਹੀ। ਬਚਪਨ ਤੋਂ ਲੱਗ ਕੇ ਹਲੇ ਤੀਕਰ ਕਬੂਤਰਬਾਜ਼ੀ ਕਰ ਰਹੇ ਹੋ, ਅੱਕੇ ਨਹੀਂ ਹਲੇ ਤੀਕਰ? ਨਹੀਂ, ਇਹ ਸ਼ੌਕ ਦਿਨ ਬ ਦਿਨ ਵੱਧਦਾ ਹੀ ਪਿਆ, ਘਟਦਾ ਨਹੀਂ ਪਿਆ। ਏਜ ਫੈਕਟਰ ਆ ਗਿਆ, 45 ਹੋ ਗਈ ਹੁਣ। ਮਾਸ਼ਾਅੱਲਾ, ਮਿਹਨਤ ਨਹੀਂ ਹੁੰਦੀ, ਮਿਹਨਤ ਨਹੀਂ ਹੁੰਦੀ। ਉਸਤਾਦੀ ਦਾ ਹੀ ਕੰਮ ਹੋ ਸਕਦਾ ਹੈ। ਮੈਂ ਬੜੀ ਕੋਸ਼ਿਸ਼ ਕੀਤੀ ਹੈ, ਬਲਕਿ ਬਣਾਏ ਵੀ ਨੇ ਖੁੱਡੇ, ਲੇਕਿਨ ਭਾਈ ਅਗਰ ਨਾਲ ਹੋਵੇ ਨਾ ਤੇ ਫਿਰ 2 ਹੁੰਦੇ ਨੇ। ਕੱਲਾ ਬੰਦਾ, ਕੱਲਾ ਬੱਚਿਆਂ ਨੂੰ ਦੇਖਣਾ, ਫੈਮਿਲੀ ਨੂੰ, ਤੇ ਬਹੁਤ ਮੁਸ਼ਕਲ ਹੈ। ਤੇ ਭਾਈ ਦੀ ਡੈਥ ਤੋਂ ਬਾਅਦ ਮੈਂ ਕੋਸ਼ਿਸ਼ ਕੀਤੀ ਉਡਾਣ ਦੀ, ਲੇਕਿਨ ਮੇਰਾ ਹਈਏ ਤੱਕ ਨਹੀਂ ਗਾ। ਹੋ ਸਕਦਾ ਮੈਂ ਉਡਾਣਾ ਸ਼ੁਰੂ ਕਰ ਦੇਵਾਂ, ਲੇਕਿਨ ਉਹ ਹੀ ਮੈਂ ਜਿਹੜਾ ਬਰੀਡਰ ਬਣਾਏ ਨੇ, ਇਹ ਆਪਣੇ ਸ਼ਾਗਿਰਦਾਂ ਨੂੰ ਇਨਸ਼ਾਅੱਲਾ ਇਸ ਕਾਬਲ ਕਰ ਦਾਂਗਾ ਕਿ ਉਹਨਾਂ ਨੂੰ ਲੋਕਾਂ ਕੋਲੋਂ ਲੈਣੇ ਜਿਹੜੇ ਨੇ ਨਾ, ਜਿਹੜੇ 70-70 ਹਜ਼ਾਰ ਦਾ ਜੋੜਾ ਲਿਆਉਂਦੇ ਨੇ ਤੇ 10 ਨਹੀਂ ਨਾ ਟੱਪਦੇ, ਇਹ ਉਹਨਾਂ ਦੀ ਮੈਂ ਮੁਹਤਾਜੀ ਖਤਮ ਕਰ ਦਿਓਗੇ। ਸਹੀ ਗੱਲ। ਅੱਛਾ ਉਸਤਾਦ ਜੀ, ਮਾਸ਼ਾਅੱਲਾ ਜ਼ਿੰਦਗੀ ਕੱਟਦੀ ਕਬੂਤਰਬਾਜ਼ੀ 'ਚ, ਬਹਿਰੀਨ ਵੀ, ਪਿਪਲਾਂ ਵੀ, ਹਰ ਜਗ੍ਹਾ ਹੀ ਉਡਾਏ। ਮੇਰੇ ਵਾਲਦ ਸਾਹਿਬ ਨੇ ਪਿਪਲਾਂ ਉਡਾਏ ਨੇ, ਤੁਹਾਡੇ ਸ਼ਾਗਿਰਦ ਨੇ ਪਿਪਲਾਂ ਦੇ। ਹਾਂਜੀ। ਅੱਛਾ, ਇਹ ਕਿਹਾ ਜਾ ਸਕਦਾ ਕਿ ਲਾਹੌਰੋਂ ਹੀ ਕਬੂਤਰਬਾਜ਼ੀ ਪਿਪਲਾਂ ਟ੍ਰਾਂਸਫਰ ਹੋਈ? ਤੇ ਕਬੂਤਰਬਾਜ਼ੀ ਸ਼ੁਰੂ ਤੋਂ ਲਾਹੌਰੋਂ ਹੀ ਗਈ ਹੈ ਕਿ ਪਿਪਲਾਂ ਦੇ ਵਿੱਚ ਸਭ ਤੋਂ ਪਹਿਲੀਆਂ ਸ਼ਾਮਾਂ ਜੇ ਪਵਾਈਆਂ ਨੇ ਤਾਂ ਮੇਰੇ ਵਾਲਦ ਸਾਹਿਬ ਨੇ ਪਵਾਈਆਂ। ਉਹ ਉਹਦਾ ਰਿਕਾਰਡ ਨੇ, ਉਹ ਆਪ ਕਹਿੰਦੇ ਨੇ। ਉਹਨਾਂ ਦੇ ਸ਼ਾਮ ਤੱਕ ਕਬੂਤਰ ਬੈਠੇ ਨੇ। ਪਹਿਲਾਂ ਪਿਪਲਾਂ ਕਿੱਥੇ 1-2 ਤੋਂ ਉੱਤੇ ਕਬੂਤਰ ਉੱਡਦੇ ਸਨ। ਲਾਹੌਰ ਦੀ ਉਸਤਾਦੀ ਲਾਹੌਰ ਦੀ ਹੈ, ਉਸਤਾਦੀ ਵੀ ਲਾਹੌਰ ਦੀ, ਕਬੂਤਰ ਵੀ ਲਾਹੌਰ। ਦਾਣਾ ਪਾਣੀ ਜਿਹੜਾ ਹੈ ਨਾ, ਉਹ ਲਾਹੌਰ ਕਸੂਰ ਤੋਂ ਹੀ ਟ੍ਰਾਂਸਫਰ ਹੋਇਆ ਔਰ ਆਲ ਦਾ ਵਰਲਡ। ਇਹ ਨਹੀਂ ਪਿਪਲਾਂ 'ਚ ਕਿੰਨੀਆਂ ਛੱਤਾਂ ਉੱਡਦੀਆਂ? 8, 10, 12 ਬਸ, ਇਸ ਤੋਂ ਜ਼ਿਆਦਾ ਛੱਤਾਂ ਤੇ ਨਹੀਂ ਉੱਡਦੀਆਂ। ਲਾਹੌਰ ਦੇ ਵਿੱਚ ਤੁਸੀਂ ਦੇਖੋ ਕਿੰਨੀ ਛੱਤ ਉੱਡਦੀ ਹੈ, ਬੜੀ ਛੱਤ। ਹਾਂ, ਤੇ ਫਿਰ ਫਰਕ ਹੈ ਨਾ। ਉੱਥੇ ਤੇ ਨਾਮੀ ਗ੍ਰਾਮੀ ਉਸਤਾਦ ਨੇ, ਚੰਦ ਨੇ, ਬਾਕੀ ਜ਼ਿਆਦਾ ਤੇ ਉਧਰ ਸੇਲਰ ਹੀ ਬੈਠੇ ਨੇ। ਉਹ ਤੇ ਉਲਟੀਆਂ ਉਹਨਾਂ ਦੀਆਂ ਮੋਹਰਾਂ ਲਾ ਕੇ ਉਹਨਾਂ ਦੇ ਨਾਂ ਦੀਆਂ ਉਸਤਾਦਾਂ ਨੇ ਤੇ ਰੁਪਈਏ ਕਮਾ ਰਹੇ ਨੇ ਉਹਨਾਂ ਦੇ ਨਾਂ ਦੇ ਸਿਰ। ਬੜੇ ਬੰਦੇ ਨੇ ਇਹੋ ਜਿਹੇ ਮੈਂ ਜਾਣਦਾ ਜਿਨ੍ਹਾਂ ਨੂੰ। ਅਲਟੀਮੇਟਲੀ ਲਾਹੌਰ ਤੋਂ ਹੀ ਕਬੂਤਰਬਾਜ਼ੀ ਟ੍ਰਾਂਸਫਰ ਹੋਈ ਹੈ, ਦਾਣਾ ਪਾਣੀ ਲਾਹੌਰ ਤੋਂ ਟ੍ਰਾਂਸਫਰ ਹੋਇਆ। ਅੱਛਾ, ਲਾਹੌਰ ਦੇ ਵਿੱਚ ਕਿੱਥੋਂ ਆਇਆ? ਲਾਹੌਰ ਦੇ ਵਿੱਚ ਯਾਰ ਪੁਰਾਣੇ ਉਸਤਾਦਾਂ ਨੇ ਬਸ ਤਜਰਬੇ ਹੀ ਕੀਤੇ ਨੇ, ਕ੍ਰੀਏਟਿਵ ਉਸਤਾਦ ਸਨ। ਐਸੇ ਤਰ੍ਹਾਂ ਕ੍ਰੀਏਟਿਵ। ਹੁਣ ਮੈਂ ਆ ਨਾ, ਤੇ ਮੈਂ ਵੀ ਅੱਜ ਵੀ ਤਜਰਬੇ ਕਰਦਾ ਰਹਿਣਾ ਵਾ। ਐਸੀ ਚੀਜ਼ ਜਿਹੜੀ ਹੈ ਬੰਦਾ ਜਿਹੜੇ ਕੋਈ ਸੋਚ ਵੀ ਨਹੀਂ ਸਕਦਾ, ਉਹ ਵੀ। ਤੁਹਾਨੂੰ ਮਜ਼ੇ ਦੀ ਗੱਲ ਦੱਸਾਂ, ਸਾਰੇ ਸ਼ਾਗਿਰਦ ਇੱਕ ਜੈਸੇ ਨਹੀਂ ਹੁੰਦੇ। ਕੋਈ ਇਤਮਾਦ ਵਾਲੇ ਹੁੰਦੇ ਨੇ, ਕੋਈ ਕਿਤੋਂ ਮਾਰ ਖਾ ਕੇ ਆਏ ਹੁੰਦੇ ਨੇ, ਠੀਕ ਹੈ। ਉਹ ਫਿਰ ਜਦੋਂ ਵਿੱਚ ਉਸਤਾਦਾਂ ਨੇ ਕੋਈ ਕਰਨੀ ਹੋਵੇ ਨਾ ਚੀਜ਼ ਟਰਾਈ ਤੇ ਵਿੱਚ ਕਰ ਲੈਂਦੇ ਨੇ। ਫਿਰ ਜਿਹੜੀ ਕੋਈ ਛੱਤ ਪਤਾ ਨਾ ਕਿ ਨਵੇਂ ਤਜਰਬੇਕਾਰ ਨੇ, ਉੱਥੋਂ ਫਿਰ ਕੰਮ ਜਿਹੜਾ ਨਾ ਹੱਥ ਸਿੱਧਾ ਵੀ ਕਰ ਲੈਂਦੇ ਉਹਦੇ। ਸਹੀ ਗੱਲ। ਅੱਜ ਕੱਲ੍ਹ ਅਸੂਲ ਦਾ ਸਮਝ ਲਓ ਪਟਾਈਆਂ ਚੱਲ ਰਹੀਆਂ। ਹਾਂਜੀ, ਪਟਾਈ ਦੇ ਹਵਾਲੇ ਨਾਲ ਤੁਹਾਡਾ ਤਰੀਕਾਕਾਰ ਕੀ ਹੈ ਯਾਰ? ਪਟਾਈ ਦਾ ਅਸਲ ਤਰੀਕਾਕਾਰ ਕੀ ਜਿਹੜਾ ਪੁਰਾਣਾ ਚੱਲਦਾ ਆ ਰਿਹਾ? ਅਸਲ ਤਰੀਕਾਕਾਰ ਇਹ ਹੈ ਕਿ ਉਹਨਾਂ ਨੂੰ 18 ਦਿਨ ਪਹਿਲਾਂ ਪਰਾਂ ਨੂੰ ਗੋਲ ਕਰ ਦਿਓ, ਟ੍ਰਿਮਿੰਗ ਕਰ ਦਿਓ ਦੁਮਾਂ ਨੂੰ ਵੀ, ਤੇ ਬਾਹਰ ਦੇ 5-5 ਪਰ 18 ਦਿਨ ਪਹਿਲਾਂ ਪਰ ਪਟਾਈ ਤੋਂ ਪਰ ਡੈਡ ਹੋ ਜਾਂਦੇ ਨੇ। ਉਹਦੇ 'ਚ ਇਹ ਹੈ ਕੋਈ ਨਵਾਂ ਪਰ ਵੀ ਜੇ ਕੋਈ ਕਈ ਦਫਾ ਕੋਈ ਨਾੜੀ ਹੁੰਦਾ ਹੈ ਨਾ, ਤੇ ਉਹਨਾਂ ਨੂੰ ਸਮਝ ਨਹੀਂ ਲੱਗਦੀ, ਵਿੱਚ ਗੁੱਲੇ ਵੀ ਪੁੱਟ ਛੱਡਦੇ ਨੇ, ਵਿੱਚ ਕੋਈ ਨਵੇਂ ਨਿਕਲੇ, ਤੇ ਉਹਨਾਂ ਨੂੰ ਇਹ ਸਮਝ ਉਹ 18 ਦਿਨਾਂ 'ਚ ਪਰ ਹੋ ਜਾਂਦਾ, ਭਾਵੇਂ ਨਵਾਂ ਵੀ ਹੋਵੇ ਉਹ ਡੈਡ ਹੋ ਜਾਂਦਾ, ਉਹਦੀ ਲਾਈਨ ਕੱਟੀ ਜਾਂਦੀ ਹੈ। ਉਹ ਫਿਰ ਪੁੱਟਣਾ ਬੜਾ ਆਸਾਨ ਹੈ, ਉਹਦੇ ਨਾਲ ਕਬੂਤਰ ਨੂੰ ਤਕਲੀਫ ਨਹੀਂ ਹੁੰਦੀ, ਤੇ ਉਹ ਫਿਰ ਕਬੂਤਰ ਈਜ਼ੀਲੀ, ਕਬੂਤਰ ਬਿਮਾਰੀ ਵਾਲੇ ਪਾਸੇ ਨਹੀਂ ਜਾਂਦੇ। ਕਈ ਕਬੂਤਰ ਦੇਖਿਆ ਨਾ ਦਾਣਾ ਘੱਟ ਖਾਣ ਲੱਗ ਪੈਂਦੇ, ਬੁਰਾ ਮਨਾ ਜਾਂਦੇ ਨੇ, ਪੋਠੇ ਰੋਕ ਲੈਂਦੇ ਨੇ। ਇਹਨਾਂ ਚੀਜ਼ਾਂ ਤੋਂ ਬਚ ਜਾਂਦਾ ਬੰਦਾ 18 ਦਿਨ ਪਹਿਲੇ ਪਟਾਈ ਤੋਂ। ਹਾਂ, 18 ਦਿਨਾਂ ਹੀ ਪਰ ਡੈਡ ਹੁੰਦਾ ਹੈ, ਡੈਡ ਹੋ ਜਾਂਦਾ। ਹਾਂ, ਤੇ 20 ਦਿਨ ਪਹਿਲੇ ਪੁੱਟ ਲਓ। 20 ਦਿਨ ਪਹਿਲਾਂ ਗੋਲ ਕਰ ਦਿਓ, ਗੋਲ ਕਰ ਦਿਓ, ਸੌਰੀ। ਗੋਲ ਕਰੋ, ਉਸ ਤੋਂ ਬਾਅਦ ਫਿਰ ਪੁੱਟੋ ਕਬੂਤਰਾਂ ਨੂੰ।
ਗੋਲ ਕਰਨ ਦੇ ਵਿੱਚ ਇੱਕ ਇਹ ਵੀ ਫਾਇਦਾ ਆ ਜਾਂਦਾ, ਕਬੂਤਰ ਜ਼ਰਾ ਰਾਸੇ ਵੀ ਪੈ ਜਾਂਦਾ ਜ਼ਮੀਨ ਤੇ ਫਿਰਨ ਦਾ। ਹਾਂਜੀ, ਉੱਤੇ ਥੱਲੇ ਆਦਤ ਹੋ ਜਾਂਦੀ